ਨਵਾਂ ਸ਼ਹਿਰ ਤੇ ਨਵੇਂ ਲੋਕ, ਇੱਥੇ ਸਭ ਕੁਝ ਨਵਾਂ ਸੀ, ਕੁਝ ਵੀ ਪੁਰਾਣਾ ਨਹੀਂ। ਪਰ ਫਿਰ ਵੀ ਰੋਜੀ ਨੇ ਹਿੰਮਤ ਨਹੀਂ ਹਾਰੀ। ਖਾਤੇ ਵਿੱਚ ਵਧੀਆ ਬੈਲੈਂਸ ਹੋਣ ਨਾਲ ਉਸਦੀ ਅੱਧੀ ਸਿਰਦਰਦੀ ਘਟ ਗਈ ਸੀ। ਨਹੀਂ ਤਾਂ ਜੇਕਰ ਕੋਈ ਜਵਾਨ ਕੁੜੀ ਕਿਸੇ ਨਵੇਂ ਸ਼ਹਿਰ ਵਿੱਚ ਅਚਾਨਕ ਇਕੱਲੀ ਆ ਜਾਵੇ ਤਾਂ ਸਭ ਤੋਂ ਵੱਡੀ ਸਮੱਸਿਆ ਪੈਸੇ ਦੀ ਹੁੰਦੀ ਹੈ। ਰੱਬ ਦਾ ਸ਼ੁਕਰ ਹੈ ਕਿ ਰੋਜੀ ਨੇ ਆਪਣੇ ਇਸ ਖਾਤੇ ਬਾਰੇ ਉਦੇ ਨੂੰ ਕਦੇ ਨਹੀਂ ਦੱਸਿਆ ਸੀ। ਹਾਲਾਂਕਿ ਉਸਨੇ ਉਦੇ ਤੋਂ ਕਦੇ ਕੁਝ ਨਹੀਂ ਛੁਪਾਇਆ ਸੀ, ਪਰ ਇਹ ਖਾਤਾ ਉਸਦੇ ਕਾਲਜ ਟਾਈਮ ਦਾ ਸੀ, ਜਿਸ ਵਿੱਚ ਉਹ ਅਜੇ ਵੀ ਕਦੇ-ਕਦਾਈਂ ਲੈਣ-ਦੇਣ ਕਰ ਲੈਂਦੀ ਸੀ। ਉਸ ਦਿਨ ਉਹ ਖਾਤਾ ਬੰਦ ਕਰਨ ਹੀ ਵਾਲੀ ਸੀ ਕਿ ਉਸਦੀ ਮਾਂ ਨੇ ਉਸਨੂੰ ਰੋਕ ਲਿਆ ਤੇ ਕਿਹਾ, "ਬੇਟੀ, ਇਹ ਖਾਤਾ ਕਿਉਂ ਬੰਦ ਕਰ ਰਹੀ ਹੈ? ਪਤਾ ਨਹੀਂ ਕਦੋਂ ਲੋੜ ਪੈ ਜਾਵੇ।" ਰੋਜੀ ਨੇ ਆਪਣੀ ਮਾਂ ਵੱਲ ਦੇਖਿਆ ਤੇ ਮੁਸਕਰਾਉਂਦੇ ਹੋਏ ਕਿਹਾ, "ਮਾਂ, ਉਦੇ ਨੇ ਮੇਰਾ ਨਵਾਂ ਖਾਤਾ ਖੁਲ੍ਹਾ ਤਾਂ ਦਿੱਤਾ ਹੈ, ਫਿਰ ਇਸ ਖਾਤੇ ਦਾ ਕੀ ਕਰਨਾ ਹੈ? ਤੇ ਫਿਰ ਮੈਂ ਇੱਥੇ ਰੋਜ਼-ਰੋਜ਼ ਤਾਂ ਨਹੀਂ ਆ ਸਕਦੀ ਹਾਂ। ਰੋਜੀ, ਇਹ ਨਵਾਂ ਖਾਤਾ ਤੁਹਾਡੇ ਤੇ ਉਦੇ ਦੇ ਨਾਮ ਤੇ ਹੈ, ਪਰ ਇਹ ਖਾਤਾ ਤੁਹਾਡੇ ਤੇ ਪੀਆ ਦੇ ਨਾਮ ਤੇ ਹੈ। ਫਿਰ ਤੁਹਾਡੇ ਕੋਲ ਏਟੀਐਮ ਤਾਂ ਹੋਵੇਗਾ, ਤੁਸੀਂ ਇਸ ਵਿੱਚ ਪੈਸੇ ਨਾ ਜਮ੍ਹਾਂ ਕਰਵਾਉਣਾ, ਕੋਈ ਫਰਕ ਨਹੀਂ ਪੈਂਦਾ। ਤੂੰ ਆ ਨਹੀਂ ਸਕਦੀ ਤਾਂ ਪੀਆ ਕਦੇ-ਕਦੇ ਇਸ ਵਿੱਚ ਕੁਝ ਪੈਸੇ ਜਮ੍ਹਾਂ ਕਰਾ ਦੇਵੇਗੀ। ਪਤਾ ਨਹੀਂ ਕਦੋਂ ਇਸ ਖਾਤੇ ਦੀ ਲੋੜ ਪੈ ਜਾਵੇ ਤੈਨੂੰ। ਹਰ ਛੋਟੀ-ਛੋਟੀ ਗੱਲ ਬੰਦੇ ਨੂੰ ਨਹੀਂ ਦੱਸੀ ਜਾਂਦੀ ਹੈ। ਚੱਲਣ ਦਿਓ ਬੇਟੀ, ਬੰਦ ਕਰਨ ਦਾ ਵੀ ਕੀ ਫਾਇਦਾ ਹੈ?" "ਠੀਕ ਹੈ ਮੰਮੀ," ਇਹ ਕਹਿ ਕੇ ਉਹ ਬੈਗ ਵਿੱਚ ਆਪਣੇ ਕੱਪੜੇ ਤੇ ਜ਼ਰੂਰੀ ਸਮਾਨ ਇੱਕ-ਇੱਕ ਯਾਦ ਕਰਕੇ ਰੱਖ ਰਹੀ ਸੀ ਕਿ ਕੁਝ ਵੀ ਨਹੀਂ ਰਹਿਣਾ ਚਾਹੀਦਾ। ਆਖਰ ਇੰਨੀ ਦੂਰੋਂ ਜਲਦੀ ਕੌਣ ਆਵੇਗਾ? ਹੁਣ ਵਿਆਹ ਹੋਏ ਨੂੰ ਵੀ 15 ਦਿਨ ਲੰਘ ਗਏ ਨੇ ਤੇ ਉਹਦੇ ਵੀ ਦਿੱਲੀ ਜਾਣ ਲਈ ਕਹਿ ਰਿਹਾ ਹੈ। ਉਸਦੀ ਛੁੱਟੀ ਵੀ 2 ਦਿਨ ਦੀ ਹੀ ਰਹਿ ਗਈ ਹੈ ਤੇ ਫਿਰ ਮੈਂ ਵੀ ਆਪਣੇ ਲਈ ਨੌਕਰੀ ਲੱਭਣੀ ਹੈ। ਇੱਕ ਮਾਂ ਹੀ ਹੈ ਜੋ ਉਹਨਾਂ ਦੇ ਦੁੱਖ-ਸੁੱਖ ਬਾਰੇ ਸੋਚਦੀ ਹੈ। ਇਹਨਾਂ 2 ਭੈਣਾਂ ਦੀ ਮਾਂ ਹੀ ਜ਼ਿੰਮੇਵਾਰੀ ਨਿਭਾ ਰਹੀ ਹੈ। ਨਹੀਂ ਤਾਂ ਪਿਤਾ ਆਪਣੀ ਦੂਸਰੀ ਪਤਨੀ ਨਾਲ ਕਿਸੇ ਹੋਰ ਘਰ ਵਿੱਚ ਖੁਸ਼ੀ-ਖੁਸ਼ੀ ਰਹਿੰਦਾ ਸੀ। ਮਾਂ ਨੇ ਕਿਸੇ ਤਰ੍ਹਾਂ ਰੋਜੀ ਤੇ ਉਸਦੀ ਛੋਟੀ ਭੈਣ ਪੀਆ ਨੂੰ ਪੜ੍ਹਾਇਆ ਤੇ ਹੁਣ ਰੋਜੀ ਨੇ ਮੰਦਰ ਜਾ ਕੇ ਆਪਣੀ ਮਰਜ਼ੀ ਨਾਲ ਉਹਦੇ ਨਾਲ ਵਿਆਹ ਕਰ ਲਿਆ। ਅਜਿਹਾ ਨਹੀਂ ਕਿ ਉਸਨੇ ਇਹ ਸਭ ਕੁਝ ਚੋਰੀ-ਛਿਪੇ ਕੀਤਾ। ਨਹੀਂ, ਰੋਜੀ ਅਜਿਹੀ ਕੁੜੀ ਨਹੀਂ ਸੀ। ਉਹ ਤਾਂ ਚਾਹੁੰਦੀ ਸੀ ਕਿ ਉਸਦੀ ਮਾਂ ਉਸਦੇ ਵਿਆਹ ਦੀ ਚਿੰਤਾ ਨਾ ਕਰੇ ਤੇ ਫਿਰ ਉਹਦੇ ਇੱਕ ਚੰਗਾ ਲੜਕਾ ਹੈ। ਰੋਜੀ ਤੇ ਉਹਦੇ ਨੇ ਇੰਜੀਨੀਅਰਿੰਗ ਦੀ ਇੱਕੋ ਕਾਲਜ ਵਿੱਚ ਇਕੱਠੇ ਪੜ੍ਹੀ ਹੈ। ਰੋਜੀ ਬਹੁਤ ਸੁੰਦਰ ਸੀ। ਉਸਦੀਆਂ ਵੱਡੀਆਂ ਅੱਖਾਂ ਸਨ ਤੇ ਉਸ ਵਿੱਚ ਇੱਕ ਅਜਿਹੀ ਖਿੱਚ ਸੀ, ਜੇ ਕੋਈ ਉਸਨੂੰ ਇੱਕ ਵਾਰ ਵੇਖ ਲਵੇ ਤਾਂ ਬਸ ਵੇਖਦਾ ਰਹਿੰਦਾ ਹੈ। ਫਿਰ ਉਸਦਾ ਗੋਰਾ ਰੰਗ, ਲੰਮਾ ਤੇ ਸੁਡੌਲ ਸਰੀਰ ਤੇ ਜਦੋਂ ਉਹ ਹੱਸਦੀ ਤਾਂ ਗੱਲਾਂ ਵਿੱਚ ਪੈਂਦੇ ਟੋਏ ਤਬਾਹੀ ਲਿਆਉਂਦੇ ਸੀ। ਇਸੇ ਕਰਕੇ ਉਹ ਪੂਰੇ ਕਾਲਜ ਵਿੱਚ ਸਭ ਦੀ ਖਿੱਚ ਦਾ ਕੇਂਦਰ ਬਣੀ ਸੀ। ਇਹ ਨਹੀਂ ਕਿ ਉਸਦੇ ਕਾਲਜ ਵਿੱਚ ਸੁੰਦਰ ਕੁੜੀਆਂ ਦੀ ਕਮੀ ਸੀ, ਪਰ ਰੋਜੀ ਨੂੰ ਰੱਬ ਨੇ ਵਿਹਲਾ ਬਹਿ ਕੇ ਬਣਾਇਆ ਸੀ। ਰੋਜੀ ਰੱਬ ਦੁਆਰਾ ਘੜੀ ਗਈ ਮੂਰਤ ਸੀ, ਪਰ ਰੋਜੀ ਅਜਿਹੀ ਸੀ ਕਿ ਉਸਨੂੰ ਆਪਣੀ ਪੜ੍ਹਾਈ ਤੋਂ ਇਲਾਵਾ ਹੋਰ ਕੁਝ ਨਹੀਂ ਦਿਸਦਾ ਸੀ। ਜਿਵੇਂ ਕਿ ਅਕਸਰ ਉਹ ਆਪਣੇ ਆਪ ਵਿੱਚ ਗੁਆਚੀ ਰਹਿੰਦੀ ਸੀ। ਕਦੇ ਮਾਂ ਦੀ ਚਿੰਤਾ, ਬਚਪਨ ਤੋਂ ਹੀ ਪਿਤਾ ਦੇ ਪਿਆਰ ਤੋਂ ਦੂਰ ਤੇ ਫਿਰ ਭਰਾ ਵੀ ਨਹੀਂ ਸੀ। ਅਜਿਹੇ ਵਿੱਚ ਉਦੇ ਦਾ ਉਸਦੀ ਜ਼ਿੰਦਗੀ ਵਿੱਚ ਆਉਣਾ ਉਸ ਲਈ ਸੁਰੱਖਿਆ ਦੇ ਘੇਰੇ ਵਰਗਾ ਸੀ। ਉਦੇ ਤੇ ਰੋਜੀ ਹਮੇਸ਼ਾ ਇੱਕ ਦੂਜੇ ਦੇ ਦੁੱਖ-ਸੁੱਖ ਸਾਂਝੇ ਕਰਦੇ ਸਨ। ਉਦੇ ਤੇ ਉਸਦਾ ਦੋਸਤ ਰੌਕੀ ਦੋਵੇਂ ਇਕੱਠੇ ਰਹਿੰਦੇ ਸਨ। ਉਦੇ ਆਪਣੀ ਹਰ ਗੱਲ ਰੌਕੀ ਨਾਲ ਸਾਂਝੀ ਕਰਦਾ ਸੀ। ਉਦੇ ਨੇ ਰੋਜੀ ਨੂੰ ਇਹ ਵੀ ਕਿਹਾ ਸੀ ਕਿ ਰੌਕੀ ਸਿਰਫ ਉਸਦਾ ਦੋਸਤ ਹੀ ਨਹੀਂ, ਸਗੋਂ ਇੱਕ ਭਰਾ ਵੀ ਹੈ। ਰੋਜੀ ਨੂੰ ਉਦੇ ਦੀ ਹਰ ਗੱਲ ਤੇ ਅਟੁੱਟ ਵਿਸ਼ਵਾਸ ਸੀ। ਹੌਲੀ-ਹੌਲੀ ਰੋਜੀ ਤੇ ਉਦੇ ਦਾ ਪਿਆਰ ਇੰਨਾ ਵੱਧ ਗਿਆ ਕਿ ਉਦੇ ਹੁਣ ਹਰ ਦਿਨ ਰੋਜੀ ਦੇ ਘਰ ਆਉਣਾ ਸ਼ੁਰੂ ਹੋ ਗਿਆ। ਰੋਜੀ ਦੀ ਮਾਂ ਵੀ ਉਦੇ ਨੂੰ ਆਪਣੇ ਬੇਟੇ ਤਰ੍ਹਾਂ ਸਮਝਣ ਲੱਗ ਪਈ ਸੀ। ਦੋਹਾਂ ਨੇ ਹੁਣ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰ ਲਈ ਸੀ। ਉਦੇ ਆਪਣੇ ਪਿੰਡ ਚਲਾ ਗਿਆ। ਰੋਜੀ ਅੱਜ-ਕੱਲ੍ਹ ਉਦੇ ਤੋਂ ਬਿਨਾਂ ਗੁਆਚੀ-ਗੁਆਚੀ ਰਹਿੰਦੀ ਸੀ। ਕਈ ਦਿਨਾਂ ਬਾਅਦ ਉਦੇ ਸ਼ਹਿਰ ਵਾਪਸ ਆਇਆ ਤਾਂ ਸਿੱਧਾ ਰੋਜੀ ਦੇ ਘਰ ਆ ਗਿਆ। ਉਸਨੇ ਆਉਂਦਿਆਂ ਹੀ ਆਪਣੇ ਬੈਗ ਵਿੱਚੋਂ ਮਠਿਆਈ ਦਾ ਡੱਬਾ ਕੱਢਿਆ ਤੇ ਮਠਿਆਈ ਕੱਢ ਕੇ ਰੋਜੀ ਨੂੰ ਖਵਾਉਣ ਲੱਗ ਪਿਆ। ਰੋਜੀ ਨੇ ਮਠਿਆਈ ਖਾਂਦੇ ਹੋਏ ਬੜੀ ਹੈਰਾਨੀ ਨਾਲ ਉਦੇ ਵੱਲ ਵੇਖਿਆ ਤੇ ਪੁੱਛਣ ਲੱਗੀ, "ਉਦੇ, ਇਹ ਮਠਿਆਈ ਕਿਸ ਖੁਸ਼ੀ ਵਿੱਚ ਖਵਾਈ ਜਾ ਰਹੀ ਹੈ? ਤੁਸੀਂ ਮੈਨੂੰ ਇਹ ਨਹੀਂ ਦੱਸਿਆ?" ਉਦੇ ਨੇ ਰੋਜੀ ਦੇ ਮੂੰਹ ਵਿੱਚ ਮਠਿਆਈ ਦਾ ਇੱਕ ਹੋਰ ਟੁਕੜਾ ਪਾ ਕੇ ਕਿਹਾ, "ਰੋਜੀ, ਮੈਨੂੰ ਦਿੱਲੀ ਦੀ ਇੱਕ ਕੰਪਨੀ ਵਿੱਚ ਨੌਕਰੀ ਮਿਲ ਗਈ ਹੈ।" "ਓ ਵਾਹ, ਇਹ ਤਾਂ ਸੱਚੀ ਬਹੁਤ ਖੁਸ਼ੀ ਦੀ ਗੱਲ ਹੈ। ਪਰ ਉਦੇ, ਕੀ ਤੁਸੀਂ ਮੈਨੂੰ ਛੱਡ ਕੇ ਦਿੱਲੀ ਚਲੇ ਜਾਓਗੇ?" ਰੋਜੀ ਨੇ ਥੋੜ੍ਹਾ ਦੁਖੀ ਹੋ ਕੇ ਕਿਹਾ, "ਕਿਵੇਂ ਦੀ ਗੱਲ ਕਰਦੀ ਹੈ ਰੋਜੀ? ਤੂੰ ਇਹ ਕਿਵੇਂ ਸੋਚ ਲਿਆ ਕਿ ਮੈਂ ਤੈਨੂੰ ਛੱਡ ਕੇ ਚਲਾ ਜਾਵਾਂਗਾ? ਮੈਂ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਾਂਗਾ।" ਇਹ ਕਹਿੰਦੇ ਉਦੇ ਨੇ ਰੋਜੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ। ਰੋਜੀ ਵੀ ਕੁਝ ਪਲਾਂ ਲਈ ਉਦੇ ਦੀਆਂ ਬਾਹਾਂ ਵਿੱਚ ਸਮਾ ਗਈ। ਉਦੇ ਦੇ ਪਿਆਰ ਦਾ ਰੰਗ ਰੋਜੀ ਉੱਤੇ ਇੰਨਾ ਚੜ੍ਹ ਗਿਆ ਸੀ ਕਿ ਹੁਣ ਉਦੇ ਤੋਂ ਬਿਨਾਂ ਉਹ ਇੱਕ ਪਲ ਲਈ ਵੀ ਜੀਣ ਦੀ ਕਲਪਨਾ ਨਹੀਂ ਕਰ ਸਕਦੀ ਸੀ।
ਉਹਦੇ ਨੇ ਫਿਰ ਰੋਜੀ ਵੱਲ ਪਿਆਰ ਨਾਲ ਵੇਖਦੇ ਹੋਏ ਕਿਹਾ, ਰੋਜੀ ਬਸ ਹੁਣ ਸਾਨੂੰ ਜਲਦੀ ਵਿਆਹ ਕਰ ਲੈਣਾ ਚਾਹੀਦਾ ਹੈ। ਵਿਆਹ ਦੀ ਖਬਰ ਸੁਣਦੇ ਹੀ ਰੋਜੀ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਉਸੇ ਵੇਲੇ ਉਸਦੀ ਮਾਂ ਤੇ ਛੋਟੀ ਭੈਣ ਪੀਆ ਵੀ ਆ ਗਈ। ਦੋਵਾਂ ਨੂੰ ਜਦੋਂ ਪਤਾ ਲੱਗਾ ਕਿ ਉਹਦੇ ਦੀ ਨੌਕਰੀ ਲੱਗ ਗਈ ਹੈ ਤਾਂ ਹੁਣ ਉਹ ਦੋਵੇਂ ਵਿਆਹ ਕਰਨ ਚਾਹੁੰਦੇ ਹਨ, ਤਾਂ ਰੋਜੀ ਦੀ ਮਾਂ ਨੇ ਉਹਦੇ ਵੱਲ ਬੜੇ ਸਹਿਜ ਨਾਲ ਵੇਖਿਆ ਤੇ ਕੁਝ ਦੇਰ ਸੋਚਣ ਤੋਂ ਬਾਅਦ ਲੰਮਾ ਸਾਹ ਲੈ ਕੇ ਉਸਨੂੰ ਕਿਹਾ, ਦੇਖੋ ਉਹਦੇ ਬੇਟਾ, ਵਿਆਹ ਕੋਈ ਬੱਚਿਆਂ ਦੀ ਖੇਡ ਤਾਂ ਨਹੀਂ ਹੁੰਦਾ, ਇਹ ਤਾਂ ਸਾਰੀ ਉਮਰ ਦਾ ਸਾਥ ਹੈ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਪਹਿਲਾਂ ਸਾਡੇ ਬਾਰੇ ਤੇ ਅਸੀਂ ਤੁਹਾਡੇ ਬਾਰੇ ਚੰਗੀ ਤਰ੍ਹਾਂ ਜਾਣ ਲੈਂਦੇ ਤਾਂ ਬਿਹਤਰ ਸੀ। ਉਹਦੇ ਨੇ ਰੋਜੀ ਦੀ ਮਾਂ ਵੱਲ ਬਹੁਤ ਗੰਭੀਰਤਾ ਨਾਲ ਵੇਖਿਆ ਤੇ ਕਿਹਾ, ਮਾਂ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਰੋਜੀ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ ਕਿ ਪਾਪਾ ਸਾਡੇ ਨਾਲ ਨਹੀਂ ਰਹਿੰਦੇ ਤੇ ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਦਿਨ ਰਾਤ ਮਿਹਨਤ ਕਰਕੇ ਰੋਜੀ ਤੇ ਪੀਆ ਨੂੰ ਪੜ੍ਹਾਇਆ, ਉਹਨਾਂ ਦਾ ਪਾਲਣ ਪੋਸ਼ਣ ਕੀਤਾ ਹੈ। ਤੁਸੀਂ ਯਕੀਨ ਕਰੋ ਕਿ ਅੱਜ ਤੋਂ ਤੁਸੀਂ ਨਾ ਸਿਰਫ ਰੋਜੀ ਦੀ ਮਾਂ ਹੋ, ਸਗੋਂ ਮੇਰੀ ਵੀ ਮਾਂ ਹੋ। ਤੇ ਰਹੀ ਗੱਲ ਮੇਰੀ, ਮੈਂ ਬਚਪਨ ਵਿੱਚ ਹੀ ਆਪਣੇ ਮਾਤਾ ਪਿਤਾ ਨੂੰ ਇੱਕ ਦੁਰਘਟਨਾ ਵਿੱਚ ਗਵਾ ਦਿੱਤਾ ਤੇ ਮੈਂ ਬਚਪਨ ਤੋਂ ਰੌਕੀ ਦੇ ਘਰ ਹੀ ਰਿਹਾ, ਕਿਉਂਕਿ ਰੌਕੀ ਮੇਰਾ ਦੋਸਤ ਹੋਣ ਦੇ ਨਾਲ ਨਾਲ ਚਚੇਰਾ ਭਰਾ ਵੀ ਹੈ। ਤੇ ਹਾਂ ਮਾਂ, ਅਸੀਂ ਇੱਕ ਮੰਦਿਰ ਵਿੱਚ ਜਾ ਕੇ ਵਿਆਹ ਕਰਾਂਗੇ। ਮੈਂ ਨਹੀਂ ਚਾਹੁੰਦਾ ਕਿ ਕੋਈ ਫਜ਼ੂਲ ਖਰਚ ਹੋਵੇ। ਆਖਰ ਤੁਸੀਂ ਪੀਆ ਦਾ ਵਿਆਹ ਵੀ ਕਰਨਾ ਹੈ। ਕਿਉਂ ਪੀਆ? ਉਹਦੇ ਨੇ ਪੀਆ ਨੂੰ ਸ਼ਰਾਰਤੀ ਲਹਿਜੇ ਵਿੱਚ ਕਿਹਾ। ਉਹਦੇ ਦੀ ਗੱਲ ਸੁਣ ਕੇ ਪੀਆ ਸ਼ਰਮ ਨਾਲ ਦੂਜੇ ਕਮਰੇ ਵਿੱਚ ਚਲੀ ਗਈ। ਰੋਜੀ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਖੁਸ਼ ਸੀ ਕਿ ਉਹਦੇ ਦੇ ਰੂਪ ਵਿੱਚ ਉਸਨੂੰ ਜਵਾਈ ਹੀ ਨਹੀਂ ਮਿਲਿਆ ਹੈ, ਸਗੋਂ ਇੱਕ ਬੇਟਾ ਮਿਲ ਗਿਆ ਹੈ। 2 ਦਿਨਾਂ ਬਾਅਦ ਉਹਦੇ ਰੌਕੀ ਦੇ ਨਾਲ ਰੋਜੀ ਦੇ ਘਰ ਆਇਆ ਤਾਂ ਉੱਥੋਂ ਰੋਜੀ ਉਸ ਦੀ ਮਾਂ ਤੇ ਛੋਟੀ ਭੈਣ ਪੀਆ ਦੇ ਨਾਲ ਨੇੜੇ ਦੇ ਇੱਕ ਮੰਦਿਰ ਵਿੱਚ ਜਾ ਕੇ ਰੋਜੀ ਨਾਲ ਵਿਆਹ ਕਰਵਾ ਲਿਆ। ਰੋਜੀ ਦੀ ਮਾਂ ਵੀ ਬਹੁਤ ਖੁਸ਼ ਸੀ। ਚਲੋ ਇੱਕ ਜ਼ਿੰਮੇਵਾਰੀ ਤਾਂ ਪੂਰੀ ਹੋਈ, ਪਰ ਛੇਤੀ ਮਾਰਨ ਦੀ ਗੱਲ ਵਿੱਚ ਕੀ ਲੁਕਿਆ ਹੋਇਆ ਸੀ, ਇਹ ਤਾਂ ਉਹ ਵੀ ਨਹੀਂ ਜਾਣ ਸਕੀ। ਰੋਜੀ, ਉਹਦੇ ਤੇ ਰੌਕੀ ਤਿੰਨੋਂ ਇੱਕ ਕਾਰ ਵਿੱਚ ਇਕੱਠੇ ਆਏ ਤੇ ਇੱਕ ਫਲੈਟ ਦੇ ਕੋਲ ਕਾਰ ਪਾਰਕ ਕਰਨ ਤੋਂ ਬਾਅਦ ਉਹ ਤਿੰਨੇ ਆਪਣੇ ਕਮਰੇ ਕੋਲ ਜਿਵੇਂ ਹੀ ਗਏ ਤਾਂ ਰੌਕੀ ਨੇ ਦੋਹਾਂ ਨੂੰ ਉੱਥੇ ਖਲੋਣ ਲਈ ਕਿਹਾ ਤੇ ਕੁਝ ਦੇਰ ਬਾਅਦ ਰੌਕੀ ਆਰਤੀ ਦੀ ਥਾਲੀ ਲੈ ਕੇ ਆਇਆ ਤੇ ਦੋਹਾਂ ਦੀ ਆਰਤੀ ਕਰਕੇ ਉਹਨਾਂ ਨੂੰ ਕਮਰੇ ਵਿੱਚ ਦਾਖਲ ਕਰਵਾਇਆ। ਰੌਕੀ ਦਾ ਆਪਣੇ ਤੇ ਉਹਦੇ ਪ੍ਰਤੀ ਪਿਆਰ ਵੇਖ ਕੇ ਰੋਜੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਤੇ ਉਸਨੇ ਆਪਣੇ ਪਰਸ ਵਿੱਚੋਂ 1100 ਰੁਪਏ ਕੱਢ ਕੇ ਰੌਕੀ ਨੂੰ ਦਿੱਤੇ ਤੇ ਕਿਹਾ, ਰੌਕੀ ਵੀਰ, ਇਹ ਤੁਹਾਡਾ ਸ਼ਗਨ ਹੈ, ਲੈ ਲਓ। ਸ਼ਗਨ ਕਿਸ ਗੱਲ ਦਾ ਭਾਬੀ, ਇਹ ਤਾਂ ਤੇਰਾ ਹੱਕ ਹੈ। ਤਿੰਨੋਂ ਖੁਸ਼ੀ ਨਾਲ ਮੁਸਕਰਾਉਂਦੇ ਹੋਏ ਕਮਰੇ ਦੇ ਅੰਦਰ ਆ ਗਏ। ਰਾਤ ਹੋ ਗਈ ਸੀ। ਰੋਜੀ ਥੱਕੀ ਹੋਈ ਸੀ, ਇਸ ਲਈ ਇੱਕ ਕਮਰਾ ਦੇਖ ਕੇ ਉਸਨੇ ਸੋਚਿਆ ਕਿ ਸ਼ਾਇਦ ਰੌਕੀ ਕਿਸੇ ਵੱਖਰੇ ਫਲੈਟ ਵਿੱਚ ਰਹਿ ਰਿਹਾ ਹੋਵੇਗਾ। ਖੈਰ, ਉਸ ਰਾਤ ਰੌਕੀ ਬਾਲਕਨੀ ਵਿੱਚ ਫਰਸ਼ ਉੱਤੇ ਗੱਦਾ ਵਿਛਾ ਕੇ ਲੇਟ ਗਿਆ। ਇਸੇ ਤਰ੍ਹਾਂ 10-11 ਦਿਨ ਹੋ ਗਏ। ਰੋਜੀ ਖੁਸ਼ ਸੀ ਕਿ ਉਸਨੂੰ ਲੱਗਾ ਕਿ ਰੌਕੀ ਤੇ ਉਹਦੇ ਦੋਵੇਂ ਦਫ਼ਤਰ ਚਲੇ ਜਾਂਦੇ ਹਨ ਤੇ ਸ਼ਾਇਦ ਉਹਨਾਂ ਦਾ ਨਵਾਂ ਵਿਆਹ ਹੋਇਆ ਹੈ, ਇਸ ਲਈ ਦੋਵੇਂ ਇਕੱਲੇ ਨਾ ਰਹਿਣ। ਸ਼ਾਇਦ ਇਸੇ ਕਰਕੇ ਰੌਕੀ ਕੁਝ ਦਿਨ ਉੱਥੇ ਰਹਿ ਰਿਹਾ ਹੈ। ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਹਜੇ ਹੋਟਲ ਤੋਂ ਹੀ ਆਉਂਦਾ ਰਿਹਾ ਸੀ। ਇੱਕ ਦਿਨ ਰੋਜੀ ਨੇ ਉਦੇ ਨੂੰ ਕਿਹਾ, ਸੁਣੋ ਉਦੇ। ਹਾਂ, ਉਦੇ ਨੇ ਰੋਜੀ ਵੱਲ ਦੇਖੇ ਬਿਨਾਂ ਕਿਹਾ। ਰੋਜੀ ਨੇ ਫਿਰ ਉਦੇ ਦੇ ਗਲੇ ਵਿੱਚ ਬਾਹਾਂ ਪਾ ਕੇ ਬੜੇ ਪਿਆਰ ਨਾਲ ਕਿਹਾ, ਉਦੇ ਮੇਰੇ ਵੱਲ ਵੇਖੋ ਤੇ ਮੇਰੀ ਗੱਲ ਧਿਆਨ ਨਾਲ ਸੁਣੋ ਨਾ। ਉਦੇ ਨੇ ਥੋੜਾ ਮੁਸਕਰਾਉਂਦੇ ਹੋਏ ਰੋਜੀ ਵੱਲ ਵੇਖਿਆ ਤੇ ਅੱਖਾਂ ਵਿੱਚ ਕਿਹਾ, ਬੋਲੋ ਕਿਉਂ ਨਾ। ਹੁਣ ਮੈਂ ਰਸੋਈ ਦੀ ਸੰਭਾਲ ਕਰ ਲਵਾਂ, ਮੈਨੂੰ ਸਾਰੀਆਂ ਰਸੋਈ ਦੀਆਂ ਚੀਜ਼ਾਂ ਲੈ ਕੇ ਦਿਓ। ਅਸੀਂ ਕਿੰਨਾ ਸਮਾਂ ਬਾਹਰ ਦਾ ਖਾਣਾ ਖਾ ਲਵਾਂਗੇ। ਉਦੇ ਨੇ ਇੱਕ ਅਜੀਬ ਜਿਹੀ ਹਾਸੀ ਹੱਸਦਿਆਂ ਕਿਹਾ, ਰੋਜੀ, ਇੰਨੀ ਵੀ ਕੀ ਜਲਦੀ ਪਈ ਤੁਹਾਨੂੰ ਰਸੋਈ ਸੰਭਾਲਣ ਦੀ? ਹਜੇ ਸਿਰਫ 15 ਦਿਨ ਸਾਡੇ ਵਿਆਹ ਨੂੰ ਹੋਏ ਹਨ। ਫਿਰ ਕੀ 15 ਸਾਲ ਵੀ ਮੈਂ ਕਰਾਂਗੀ ਰਸੋਈ ਦਾ ਕੰਮ? ਬੋਲ ਇਸ ਤਰ੍ਹਾਂ ਰਹੇ ਹੋ ਜਿਵੇਂ ਕਿ ਮੇਰੀ ਸੱਸ ਜਾਂ ਨਣਦ ਖਾਣਾ ਪਕਾਉਣ ਲਈ ਬੈਠੇ ਹਨ। ਰੋਜੀ ਇਹ ਕਹਿ ਕੇ ਉੱਚੀ ਹੱਸ ਪਈ। ਹੱਸਦੇ ਹੋਏ ਰੋਜੀ ਦੀ ਗੱਲ ਤੇ ਪੈਂਦਾ ਟੋਇਆ ਸਾਹਮਣੇ ਵਾਲੇ ਦੀ ਜਾਨ ਕੱਢ ਦਿੰਦਾ ਹੈ। ਰੋਜੀ ਦੀ ਇਸ ਸੁੰਦਰਤਾ ਦਾ ਉਹਦੇ ਦੀਵਾਨਾ ਸੀ। ਉਸਨੇ ਆਪਣੀਆਂ ਬਾਹਾਂ ਵਿੱਚ ਰੋਜੀ ਨੂੰ ਭਰ ਲਿਆ ਤੇ ਕਿਹਾ, ਦੇਖੋ ਰੋਜੀ, ਸਿਰਫ 15 ਦਿਨ ਹੋਰ ਹੋਟਲ ਦਾ ਖਾਣਾ ਖਾ ਲਵੋ, ਫਿਰ ਹੌਲੀ ਹੌਲੀ ਸਭ ਇੰਤਜ਼ਾਮ ਹੋ ਜਾਵੇਗਾ। ਨਾਲੇ ਇਸ ਮਹੀਨੇ ਦੀ ਤਨਖਾਹ ਵੀ ਮਿਲ ਜਾਵੇਗੀ। ਸਾਡੇ ਕੋਲ ਕੀ ਪੈਸੇ ਦੀ ਕਮੀ ਹੈ? ਉਹਦੇ ਮਾਂ ਨੇ ਜਿਹੜੇ 2 ਲੱਖ ਰੁਪਏ ਦਿੱਤੇ ਹਨ, ਉਹਨਾਂ ਵਿੱਚੋਂ ਕੁਝ ਪੈਸੇ ਕਢਵਾ ਲੈਂਦੇ ਹਾਂ। ਨਾਲੇ ਕੀ 15 ਦਿਨਾਂ ਦੀ ਰੱਟ ਲਾਈ ਹੋਈ ਹੈ। ਜੇ ਕਿਸੇ ਪੰਡਿਤ ਨੇ ਦੱਸਿਆ ਹੈ ਅੱਜ ਤੋਂ 15 ਦਿਨ ਬਾਅਦ ਰਸੋਈ ਦਾ ਕੰਮ ਕਰਨਾ ਚਾਹੀਦਾ ਹੈ। ਪੰਡਿਤ ਦਾ ਨਾਮ ਰੋਜੀ ਦੇ ਮੂੰਹੋਂ ਸੁਣ ਕੇ ਉਹਦੇ ਨੂੰ ਤਾਂ ਬਹਾਨਾ ਮਿਲ ਗਿਆ। ਉਸਨੇ ਕਿਹਾ, ਹਾਂ ਸੱਚੀ, ਪੰਡਿਤ ਨੇ ਕਿਹਾ ਹੈ। ਜਿਸ ਪੰਡਿਤ ਤੋਂ ਮੈਂ ਵਿਆਹ ਬਾਰੇ ਪੁੱਛਿਆ ਸੀ,
ਉਸਨੇ ਕਿਹਾ, 30 ਦਿਨਾਂ ਤੋਂ ਪਹਿਲਾਂ ਤੁਹਾਨੂੰ ਰਸੋਈ ਵਿੱਚ ਦਾਖਲ ਨਹੀਂ ਹੋਣ ਦੇਣਾ, ਨਹੀਂ ਤਾਂ ਮੈਂ ਮਰ ਜਾਵਾਂਗਾ। ਹਾਏ, ਇਹ ਸਭ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਉਹਦੇ 1 ਮਹੀਨਾ ਕੀ ਮੈਂ ਤੁਹਾਡੇ ਲਈ ਸਾਰੀ ਜ਼ਿੰਦਗੀ ਬਾਹਰ ਦਾ ਖਾਣਾ ਖਾ ਲਵਾਂਗੀ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਹਾਡੇ ਤੋਂ ਬਿਨਾਂ ਮੈਂ ਇੱਕ ਪਲ ਵੀ ਨਹੀਂ ਜੀ ਸਕਦੀ। ਹਾਂ, ਰੋਜੀ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹਦੇ ਉਸਨੂੰ ਚੁੱਪ ਕਰਾ ਹੀ ਰਿਹਾ ਸੀ ਕਿ ਉਹਦੇ ਦਾ ਫੋਨ ਵੱਜ ਪਿਆ ਤੇ ਉਹਦੇ ਫੋਨ ਲੈ ਕੇ ਬਾਲਕੋਨੀ ਵਿੱਚ ਚਲਾ ਗਿਆ। ਰੋਜੀ ਵੀ ਅਚਾਨਕ ਉਹਦੇ ਦੇ ਪਿੱਛੇ ਪਿੱਛੇ ਆ ਗਈ। ਰੌਕੀ ਨਾਲ ਗੱਲ ਕਰਦੇ ਹੋਏ ਉਹਦੇ ਨੂੰ ਪਤਾ ਹੀ ਨਹੀਂ ਲੱਗਾ ਕਿ ਰੋਜੀ ਉਸਦੇ ਪਿੱਛੇ ਖੜੀ ਹੈ, ਪਰ ਜੋ ਕੁਝ ਰੋਜੀ ਨੇ ਸੁਣਿਆ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਰੌਕੀ ਦੀ ਗੱਲ ਰੋਜੀ ਨਹੀਂ ਸੁਣ ਸਕੀ, ਪਰ ਉਸਨੇ ਉਹਦੇ ਦੀ ਗੱਲ ਸੁਣੀ। ਉਹ ਕਹਿ ਰਿਹਾ ਸੀ, ਰੌਕੀ ਦੇਖ, ਅੱਜ 15 ਦਿਨ ਹੋ ਗਏ ਹਨ ਤੇ ਅੱਜ ਤੋਂ ਤੁਸੀਂ ਰੋਜੀ ਨਾਲ ਕਮਰੇ ਦੇ ਅੰਦਰ ਸੌਣਾ ਹੈ ਤੇ ਮੈਂ ਬਾਹਰ ਬਾਲਕੋਨੀ ਵਿੱਚ ਸੌਵਾਂਗਾ। ਤੇ ਸੁਣੋ, ਅੱਜ ਤੂੰ ਮੈਨੂੰ 1 ਲੱਖ ਰੁਪਏ ਦੇਵੇਂਗਾ ਤਾਂ ਹੀ ਤੈਨੂੰ ਅੰਦਰ ਜਾਣ ਦੇਵਾਂਗਾ, ਨਹੀਂ ਤਾਂ ਮੈਂ ਰੋਜੀ ਲਈ ਕੋਈ ਹੋਰ ਲੱਭ ਲਵਾਂਗਾ। ਇਹ ਸਭ ਸੁਣ ਕੇ ਰੋਜੀ ਤੜਫ ਉੱਠੀ ਤੇ ਉਸਦੀ ਅਧੂਰੀ ਗੱਲ ਸੁਣ ਕੇ ਉਹ ਕਾਹਲੀ ਨਾਲ ਅੰਦਰ ਆ ਗਈ। ਉਸਦਾ ਮਨ ਰੋਣ ਨੂੰ ਕਰ ਰਿਹਾ ਸੀ, ਫਿਰ ਉਹਦੇ ਦੀ ਜਾਨ ਲੈਣਾ ਚਾਹੁੰਦੀ ਸੀ, ਪਰ ਇਹ ਕਰਕੇ ਇੱਥੋਂ ਉਹ ਨਿਕਲ ਨਹੀਂ ਸਕਦੀ ਸੀ। ਉਹ ਮਨ ਹੀ ਮਨ ਸੋਚਣ ਲੱਗੀ, ਉਹਦੇ ਤੂੰ ਮੈਨੂੰ ਇੰਨਾ ਵੱਡਾ ਧੋਖਾ ਕਿਉਂ ਦਿੱਤਾ? ਆਖਿਰ ਮੈਂ ਤੇਰਾ ਕੀ ਵਿਗਾੜਿਆ ਸੀ ਜਿਹੜੀ ਤੂੰ ਵਿਆਹ ਦੇ ਨਾਂ ਤੇ ਐਨੀ ਘਿਨਾਉਣੀ ਹਰਕਤ ਕੀਤੀ? ਵਿਆਹ ਵਰਗੇ ਪਵਿੱਤਰ ਰਿਸ਼ਤੇ ਦਾ ਮਜ਼ਾਕ ਉਡਾਇਆ। ਮਨ ਤਾਂ ਕਰ ਰਿਹਾ ਸੀ ਕਿ ਚੀਖ ਕੇ ਸਾਰੀ ਦੁਨੀਆ ਨੂੰ ਦੱਸਾਂ ਕਿ ਤੂੰ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ। ਤੂੰ ਮੇਰਾ ਪਤੀ ਨਹੀਂ, ਦਲਾਲ ਹੈ। ਕਿਸ ਜਨਮ ਦਾ ਬਦਲਾ ਲਿਆ ਤੂੰ ਮੇਰੇ ਕੋਲੋਂ? ਜਦੋਂ ਮਾਂ ਨੂੰ ਪਤਾ ਲੱਗੇਗਾ ਕਿ ਉਸਦੀ ਬੇਟੀ ਉਹਦੇ ਕੋਲੋਂ ਧੋਖਾ ਖਾ ਗਈ ਹੈ ਤਾਂ ਉਹ ਜਿਉਂਦੇ ਜੀ ਮਰ ਜਾਵੇਗੀ। ਪਹਿਲਾਂ ਹੀ ਪਿਤਾ ਦੀ ਬੇਵਫਾਈ ਤੇ ਉਸਨੂੰ ਤੋੜ ਦਿੱਤਾ ਸੀ। ਹਾਏ ਰੱਬਾ, ਕੋਈ ਜਲਦੀ ਮੈਨੂੰ ਰਸਤਾ ਵਿਖਾ ਦਿਓ, ਨਹੀਂ ਤਾਂ ਮੇਰੇ ਲਈ ਉਹਦੇ ਦੇ ਰੌਕੀ ਦੇ ਹੱਥੋਂ ਬਚਣਾ ਔਖਾ ਹੋ ਜਾਵੇਗਾ। ਉਸਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਉਸਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ, ਆਪਣੇ ਹੰਝੂ ਪੂੰਝੇ ਤੇ ਵੇਖਿਆ, ਉਹਦੇ ਹਜੇ ਵੀ ਫੋਨ ਤੇ ਲੱਗਾ ਹੈ। ਉਸਨੇ ਕਾਹਲੀ ਨਾਲ ਆਪਣੀ ਮਾਂ ਵੱਲੋਂ ਦਿੱਤੇ ਗਹਿਣੇ, ਆਪਣਾ ਪੁਰਾਣਾ ATM ਤੇ ਕੁਝ ਪੈਸੇ ਆਪਣੇ ਵੱਡੇ ਪਰਸ ਵਿੱਚ ਪਾ ਲਏ। ਰੋਜੀ ਦੇ ਵਿਆਹ ਤੇ ਜਿਹੜੇ ਪੈਸੇ ਉਸਦੀ ਮਾਂ ਨੇ ਦਿੱਤੇ ਸਨ, ਉਹ ਉਹਦੇ ਦੇ ਨਵੇਂ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ ਤੇ ਉਸਦਾ ATM ਵੀ ਉਹਦੇ ਨੇ ਰੱਖ ਲਿਆ ਸੀ। ਉਹ ਕਾਹਲੀ ਨਾਲ ਜੋ ਵੀ ਜ਼ਰੂਰੀ ਸਮਾਨ ਉਸਦੇ ਹੱਥ ਆਇਆ ਆਪਣੇ ਪਰਸ ਵਿੱਚ ਰੱਖ ਰਹੀ ਸੀ। ਫਿਰ ਉਸਦੀ ਨਜ਼ਰ ਫਲੈਟ ਦੀ ਚਾਬੀ ਤੇ ਪਈ। ਉਸਨੇ ਝੱਟ ਆਪਣੇ ਬਲਾਊਜ਼ ਵਿੱਚ ਪਾ ਲਈ। ਅਚਾਨਕ ਗੇਟ ਖੁੱਲ੍ਹਣ ਦੀ ਆਵਾਜ਼ ਸੁਣ ਕੇ ਰੋਜੀ ਨੇ ਗਾਉਣਾ ਸ਼ੁਰੂ ਕਰ ਦਿੱਤਾ। ਉਹ ਵਾਹ, ਹੁਣ ਕਿੱਥੇ ਬਿਜਲੀ ਡਿੱਗਣ ਵੱਲ ਦਾ ਇਰਾਦਾ ਹੈ? ਮੈਂ ਤਾਂ ਪਹਿਲਾਂ ਹੀ ਮਰ ਗਿਆ ਤੁਹਾਡੇ ਤੇ। ਉਹਦੇ ਨੇ ਹੱਸਦੇ ਹੋਏ ਰੋਜੀ ਵੱਲ ਵੇਖਦੇ ਹੋਏ ਕਿਹਾ, ਬਿਜਲੀ ਤਾਂ ਡਿੱਗ ਗਈ ਹੈ। ਉਹਦੇ ਹੁਣ ਭਲਾ ਕਿੱਥੇ ਡਿੱਗੇਗੀ? ਉਹਦੇ ਪਹਿਲਾਂ ਫਰੈਸ਼ ਹੋ ਜਾਵੋ, ਫਿਰ ਬਾਹਰ ਘੁੰਮਣ ਜਾਵਾਂਗੇ। ਜਦੋਂ ਤੋਂ ਮੈਂ ਆਈ ਹਾਂ ਮੈਂ ਕਦੇ ਬਾਹਰ ਨਹੀਂ ਗਈ। ਪਲੀਜ਼ ਚਲੋ ਨਾ। ਉਹਦੇ ਨੇ ਆਪਣਾ ਮੋਬਾਈਲ ਚਾਰਜਿੰਗ ਤੇ ਲਾਇਆ ਤੇ ਬਾਥਰੂਮ ਵਿੱਚ ਜਾਣ ਲੱਗਾ। ਨਹੀਂ ਰੋਜੀ, ਅੱਜ ਨਹੀਂ, ਅਸੀਂ ਕੱਲ੍ਹ ਨੂੰ ਜ਼ਰੂਰ ਜਾਵਾਂਗੇ। ਮੈਂ ਵੀ ਸੋਚ ਰਿਹਾ ਸੀ ਕਿ ਤੁਹਾਨੂੰ ਕਿਤੇ ਘੁੰਮਣ ਲਈ ਲੈ ਕੇ ਜਾਵਾਂ। ਮੈਂ ਫਰੈਸ਼ ਹੋ ਕੇ ਆਉਂਦਾ। ਤੁਸੀਂ ਆਪਣੀ ਰੈੱਡ ਵਾਲੀ ਨਾਈਟੀ ਪਹਿਨ ਲਵੋ, ਉਸ ਵਿੱਚ ਤੁਸੀਂ ਬਹੁਤ ਸੁੰਦਰ ਲੱਗਦੇ ਹੋ। ਹਾਂ ਹਾਂ ਜਨਾਬ, ਕਹਿ ਕੇ ਰੋਜੀ ਨੇ ਝੂਠਾ ਹਾਸਾ ਹੱਸ ਦਿੱਤਾ। ਉਹ ਬੁਰੀ ਤਰ੍ਹਾਂ ਟੁੱਟ ਗਈ ਸੀ। ਉਸਨੇ ਦੇਖਿਆ ਕਿ ਉਹਦੇ ਨੇ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਹੈ ਤੇ ਪਾਣੀ ਦੀ ਟੂਟੀ ਛੱਡਣ ਕਾਰਨ ਉੱਚੀ ਆਵਾਜ਼ ਆ ਰਹੀ ਹੈ। ਉਸਨੇ ਸੋਚਿਆ, ਇਹ ਹੀ ਮੌਕਾ ਹੈ, ਰੋਜੀ ਇੱਥੋਂ ਨਿਕਲ ਜਾ, ਨਹੀਂ ਤਾਂ ਅੱਜ ਰੌਕੀ ਤੇਰੇ ਨਾਲ ਹੈ। ਉਹ ਸ਼ੀ ਰੋਜੀ ਨੇ ਕਾਹਲੀ ਨਾਲ ਬਾਥਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਤੇ ਆਪਣਾ ਪਰਸ, ਉਹਦੇ ਦਾ ਮੋਬਾਈਲ ਜੋ ਚਾਰਜਿੰਗ ਤੇ ਸੀ ਤੇ ਆਪਣਾ ਮੋਬਾਈਲ ਚੁੱਕ ਕੇ ਉਸੇ ਸਮੇਂ ਆਪਣੇ ਬਲਾਊਜ਼ ਵਿੱਚੋਂ ਫਲੈਟ ਦੀ ਚਾਬੀ ਕੱਢ ਕੇ ਫਲੈਟ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਰਹੀ ਸੀ। ਜਦੋਂ ਉਸਨੇ ਉਹਦੇ ਦੀ ਚੀਕਣ ਦੀ ਆਵਾਜ਼ ਸੁਣੀ ਤੇ ਬਾਥਰੂਮ ਦੇ ਦਰਵਾਜ਼ੇ ਤੇ ਜ਼ੋਰ-ਜ਼ੋਰ ਨਾਲ ਮਾਰ ਰਿਹਾ ਸੀ, ਉਹ ਥੋੜਾ ਘਬਰਾ ਕੇ ਤੁਰੰਤ ਬਾਹਰ ਆ ਗਈ। ਉਸਨੇ ਆਪਣੇ ਆਪ ਨੂੰ ਸੰਭਾਲਿਆ ਤੇ ਰੋਜੀ ਆਟੋ ਵਿੱਚ ਬੈਠ ਬੱਸ ਸਟੈਂਡ ਤੇ ਆਈ ਤਾਂ ਦੇਖਿਆ ਬੱਸ ਰਵਾਨਾ ਹੋਣ ਲਈ ਤਿਆਰ ਸੀ। ਬੱਸ ਦੀਆਂ ਬਹੁਤੀਆਂ ਸੀਟਾਂ ਖਾਲੀ ਪਈਆਂ ਸਨ। ਉਹ ਜਲਦੀ ਨਾਲ ਉਸੇ ਬੱਸ ਵਿੱਚ ਚੜ੍ਹ ਗਈ। ਦੋਵੇਂ ਮੋਬਾਈਲ ਬੰਦ ਸਨ। ਬੱਸ ਹੁਣ ਦਿੱਲੀ ਤੋਂ ਰਵਾਨਾ ਹੋ ਚੁੱਕੀ ਸੀ। ਰੋਜੀ ਨੇ ਸੁੱਖ ਦਾ ਸਾਹ ਲਿਆ। ਆਗਰਾ ਬੱਸ ਸਟਾਪ ਤੇ ਹੇਠਾਂ ਉਤਰੀ ਤਾਂ ਰੋਜੀ ਨੇ ਸਭ ਤੋਂ ਪਹਿਲਾਂ ATM ਵਿੱਚੋਂ ਕੁਝ ਪੈਸੇ ਕਢਵਾ ਕੇ ਆਗਰਾ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਆ ਗਈ। ਉਹ ਪੜ੍ਹੀ ਲਿਖੀ ਸੀ, ਇਸ ਲਈ ਉਸਨੂੰ ਉੱਥੇ ਰਹਿਣ ਲਈ ਕਮਰਾ ਲੱਭਣ ਵਿੱਚ ਕੋਈ ਦਿੱਕਤ ਨਹੀਂ ਹੋਈ ਸੀ। ਜੋ ਕਮਰਾ ਰੋਜੀ ਨੇ ਕਿਰਾਏ ਤੇ ਲਿਆ ਸੀ, ਉਸ ਵਿੱਚ ਸਿਰਫ ਇੱਕ ਬੁੱਢਾ ਜੋੜਾ ਰਹਿੰਦਾ ਸੀ। ਰੋਜੀ ਦੋਵਾਂ ਨਾਲ ਇਸ ਤਰ੍ਹਾਂ ਘੁਲ ਮਿਲ ਗਈ ਜਿਵੇਂ ਉਹ ਉਹਨਾਂ ਦੀ ਆਪਣੀ ਧੀ ਹੋਵੇ। ਹੌਲੀ-ਹੌਲੀ ਰੋਜੀ ਨੇ ਉੱਥੇ ਰਹਿੰਦੇ ਹਫ਼ਤਾ ਹੋ ਗਿਆ ਸੀ। ਉਸਨੇ ਆਪਣੀ ਮਕਾਨ ਮਾਲਕ ਨੂੰ ਆਪਣੇ ਨਾਲ ਹੋਏ ਧੋਖੇ ਬਾਰੇ ਦੱਸਿਆ ਤੇ ਉਸਦੇ ਫੋਨ ਤੋਂ ਆਪਣੀ ਮਾਂ ਨੂੰ ਕਾਲ ਕਰਕੇ ਦੱਸਿਆ
ਕਿ ਉਹਦੇ ਨੇ ਉਸ ਨੂੰ ਕਿਵੇਂ ਧੋਖਾ ਦਿੱਤਾ। ਰੋਜੀ ਵੀ ਕਮਜ਼ੋਰ ਨਹੀਂ ਸੀ, ਉਸਨੇ ਵੀ ਉਹਦੇ ਦੇ ਧੋਖੇ ਦਾ ਜਵਾਬ ਧੋਖੇ ਨਾਲ ਦਿੱਤਾ, ਤਾਂ ਹੀ ਉਹ ਉਸ ਧੋਖੇਬਾਜ਼ ਤੋਂ ਬਚ ਕੇ ਆ ਸਕੀ। ਉਸਦੀ ਮਾਂ ਜਦੋਂ ਉੱਥੇ ਆਈ ਤਾਂ ਰੋਜੀ ਕੌੜੇ ਅਤੀਤ ਵਿੱਚ ਡੁੱਬ ਗਈ। ਦੋਵੇਂ ਮਾਂ ਧੀ ਇੱਕ ਦੂਜੇ ਨੂੰ ਜੱਫੀ ਪਾ ਕੇ ਰੋ ਪਈਆਂ। ਰੋਜੀ ਨੇ ਆਪਣੇ ਹੰਝੂ ਪੂੰਝਦੇ ਹੋਏ ਆਪਣੀ ਮਾਂ ਨੂੰ ਕਿਹਾ, ਘਰ ਲੱਭਣ ਵਿੱਚ ਮੁਸ਼ਕਲ ਤਾਂ ਨਹੀਂ ਹੋਈ? ਮਾਂ, ਨਹੀਂ ਬੇਟੀ, ਮਾਂ ਤਾਂ ਆਪਣੇ ਬੱਚਿਆਂ ਨੂੰ ਮੁਸੀਬਤ ਤੋਂ ਬਚਾਉਣ ਲਈ 7 ਸਮੁੰਦਰ ਪਾਰ ਪਹੁੰਚ ਜਾਂਦੀ ਹੈ। ਇਹ ਤਾਂ ਆਗਰਾ, ਮੇਰੇ ਬਚਪਨ ਦਾ ਸ਼ਹਿਰ ਹੈ। ਤੁਹਾਡੇ ਨਾਨਾ ਜੀ ਨੇ ਇੱਥੋਂ ਕਈ ਸਾਲ ਨੌਕਰੀ ਕੀਤੀ ਹੈ। ਹੁਣ ਦੇਰ ਨਾ ਕਰੋ ਰੋਜੀ, ਆਪਣੇ ਸ਼ਹਿਰ ਜਾ ਕੇ ਉਹਦੇ ਤੇ ਰੌਕੀ ਨੂੰ ਉਹਨਾਂ ਦੀ ਘਿਨਾਉਣੀ ਚਾਲ ਦੀ ਸਜ਼ਾ ਵੀ ਦਿਵਾਉਣੀ ਹੈ, ਜਿਹੜਾ ਉਹਨਾਂ ਨੇ ਤੇਰੇ ਨਾਲ ਧੋਖਾ ਕੀਤਾ ਹੈ। ਦੋਸਤੋ, ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ, ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।